जाओ गुर गोपाल रहाओ। मोह निर्गुण तुम पूर्ण दाते, दीनानाथ दयाल। उठत बैठत सोवत जागत, जी प्राण धन माल। दर्शन प्यास बहुत मन मेरे, नानक दर्शन निहाल। उठत बैठत सोवत जागत, जी प्राण धन माल। दर्शन प्यास बहुत मन मेरे, नानक दर्शन निहाल। वाहिगुरु जी का खालसा, वाहिगुरु जी की फतेह। जुगो जुग अटल सतगुरु शब्द गुरु श्री गुरु ग्रंथ साहिब जी महाराज जी की पावन पवित्र हजूरी च सतगुरु नौवें पातशाह दे पावन पवित्र सचखंड दरबार अंदर जुड़ बैठी गुरु की साजी और नवाजी हुई गुरु का खास रूप गुरु खालसा साध संगत जीओ, वड्डिया भागां वाले हो के अमृत वेले तो सतगुरां दे चरनां च हाजरियां भर के गुरुदेव दी अमृतमयी धुर की बाणी श्री आसा जी दी वार दे शब्द कीर्तन रागी ਸਿੰਘਾਂ ਦੀ रसना तो बहुत ही अदब सत्कार सहित आप जी ने सरवण कीते हैं। पातशाह ने अमृत वेले श्री मुखवाक दी दात बख्श के नवाजिया है। गुरबाणी दी विचार कीते बिना गुरबाणी दी विचार सुने बिना गुरसिख दा जीवन किहो जिहा होना चाहिए इहदा ज्ञान इहदा बोध प्राप्त नहीं हुंदा। गुरबाणी गुरसिख दी जीवन जाच है। संसार दे हर एक प्राणी मात्र वास्ते गुरसिख वास्ते ये विहित कर्म है कि वह गुरबाणी दी विचार नित करे ते सुने। आओ मन बिरतियां एकाग्र करिए। पंजवें गुरुदेव धन गुरु अर्जन देव साहब जी दे पवित्र चरनां विच अपनियां हाजरियां लवाइए, रसना नूं करिए पवित्र ते आखिए जी सतनाम श्री वाहिगुरु साहिब जी। सतनाम श्री वाहिगुरु साहिब जी। नट महला पंजवा। हौ वार वार जाओ गुर गोपाल। नट राग है। पंजवें पातशाह धन गुरु अर्जन देव साहब जी का उच्चारण किया गया पावन पवित्र श्री मुखवाक शब्द है। ये पावन शब्द श्री गुरु ग्रंथ साहब जी के 980 अंग ते सुभाएमान है। पातशाह फरमाउंदे हन हौ वार वार जाओ गुर गोपाल। मेरा गुरु संसार दे समस्त जीवां नूं पालने वाला इस करके कहा गोपाल। गो नाम हुंदा धरती दा, पाल नाम हुंदा पालन वाले दा। द्वापर युग दे अवतार भगवान कृष्ण जी वास्ते उन्हां दे जिहड़े अनुयायी ने जो भगवान कृष्ण नूं अपना इष्ट समझते ने वो गोपाल शब्द भगवान कृष्ण जी वास्ते भी वरतते हैं। उहदा कारण है कि जदों वृंदावन विच
ਭਗਵਾਨ ਕ੍ਰਿਸ਼ਨ ਜੀ ਗੁਜਰਾਂ ਦੇ ਘਰ ਵਿੱਚ ਜਦੋਂ ਉਹਨਾਂ ਦੀ ਪਰਵਰਿਸ਼ ਹੋਈ ਹੈ, ਕਿਉਂਕਿ ਜਨਮ ਤਾਂ ਰਾਜੇ ਦੇ ਘਰ 'ਚ ਸੀ, ਪਰਵਰਿਸ਼ ਜਿਹੜੀ ਹੈ ਉਹ ਗਵਾਲਿਆਂ ਦੇ ਘਰ ਵਿੱਚ ਹੋਈ। ਉਹ ਗਵਾਲੇ ਗਊਆਂ ਰੱਖਦੇ ਸਨ, ਦੁੱਧ ਦਾ ਵਪਾਰ ਸੀ, ਗੁੱਜਰ ਸਨ। ਉਹਨਾਂ ਦੇ ਪਰਿਵਾਰ ਵਿੱਚ ਭਗਵਾਨ ਕ੍ਰਿਸ਼ਨ ਜੀ ਦੀ ਪਰਵਰਿਸ਼ ਹੋਣ ਕਰਕੇ ਬਚਪਨ ਦੀ ਅਵਸਥਾ 'ਚ ਭਗਵਾਨ ਕ੍ਰਿਸ਼ਨ ਜੀ ਗਾਵਾਂ ਚਾਰਦੇ ਸਨ। ਕਲਗੀਧਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ 'ਚ ਕ੍ਰਿਸ਼ਨ ਅਵਤਾਰ 'ਚ ਇਹਦਾ ਸਾਰਾ ਵੇਰਵਾ ਦਿੱਤਾ ਹੈ ਕਿ ਜਦੋਂ ਗਊਆਂ ਚਾਰਨ ਜਾਂਦੇ, ਬਾਂਸਰੀ ਵਜਾਉਂਦੇ ਤੇ ਬਾਂਸਰੀ ਦੀ ਮਿੱਠੀ ਤੇ ਮਧੁਰ ਆਵਾਜ਼ ਵਿੱਚ ਗਊਆਂ ਸਾਰੀਆਂ ਇੱਕ ਜਗ੍ਹਾ ਤੇ ਆਣ ਕੇ ਇਕੱਤਰ ਹੋ ਜਾਂਦੀਆਂ ਸਨ। ਤੋ ਗਊਆਂ ਚਾਰਨ ਤੋਂ ਭਗਵਾਨ ਕ੍ਰਿਸ਼ਨ ਜੀ ਦਾ ਨਾਮ ਪਿਆ ਗੋਪਾਲ। ਗੋ ਨਾਮ ਗਊਆਂ ਦਾ ਹੈ, ਪਾਲ ਨਾਮ ਪਾਲਣੇ ਵਾਲੇ ਦਾ। ਪਰ ਜਦੋਂ ਸਤਿਗੁਰੂ ਜੀ ਗੋਪਾਲ ਸ਼ਬਦ ਦੀ ਵਰਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਦੇ ਨੇ ਤੇ ਇੱਥੇ ਗੋਪਾਲ ਭਗਵਾਨ ਕ੍ਰਿਸ਼ਨ ਜੀ ਦਾ ਵਾਚਕ ਨਹੀਂ ਹੈ। ਇੱਥੇ ਇਹ ਗੋਪਾਲ ਸ਼ਬਦ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦਾ ਵਾਚਕ ਹੈ। ਗੋ ਨਾਮ ਸੰਸਾਰ ਦੇ ਸਮਸਤ ਜੀਵਾਂ ਦਾ ਹੈ, ਪਾਲ ਨਾਮ ਪਾਲਣੇ ਵਾਲੇ ਦਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸੰਸਾਰ ਦੇ ਸਮਸਤ ਜੀਵਾਂ ਨੂੰ ਪਾਲਦਾ, ਉਹਨੂੰ ਕਹਿੰਦੇ ਨੇ ਗੋਪਾਲ। ਸੰਸਕ੍ਰਿਤ ਵਿੱਚ ਗੋ ਨਾਮ ਇੰਦਰੀਆਂ ਨੂੰ ਵੀ ਕਹਿੰਦੇ ਨੇ, ਜਿਹੜੀਆਂ ਸਾਡੀਆਂ ਇੰਦਰੀਆਂ ਨੇ, 5 ਗਿਆਨ ਇੰਦਰੀਆਂ ਨੇ, 5 ਕਰਮ ਇੰਦਰੀਆਂ ਨੇ। ਇਹਨਾਂ ਇੰਦਰੀਆਂ ਨੂੰ ਕਹਿੰਦੇ ਨੇ ਗੋ। ਜਿਹੜਾ ਸਾਡੇ ਇਹਨਾਂ ਇੰਦਰੀਆਂ ਦੀ ਪਾਲਣਾ ਕਰੇ, ਕਿਉਂਕਿ ਅੱਖਾਂ ਆਪਣੇ ਆਪ ਨਹੀਂ ਵੇਖ ਸਕਦੀਆਂ, ਕੰਨ ਆਪਣੇ ਆਪ ਨਹੀਂ ਸੁਣ ਸਕਦੇ। ਇਹਨਾਂ ਵਿੱਚ ਜਿਸ ਪਰਮਾਤਮਾ ਦੀ ਚੇਤਨਾ, ਜਿਸ ਦੀ ਚੇਤਨਾ ਕਰਕੇ ਇਹ ਇੰਦਰੀਆਂ ਕੰਮ ਕਰਦੀਆਂ ਨੇ, ਉਹਨੂੰ ਕਹਿੰਦੇ ਨੇ ਗੋਪਾਲ। ਫਿਰ ਗੋ ਨਾਮ ਬਾਣੀ ਦਾ ਵੀ ਆ। ਅਸੀਂ ਬੋਲਦੇ ਆ, ਗੱਲਾਂ ਬਾਤਾਂ ਕਰਦੇ ਆ ਨਾ, ਤੇ ਸਾਡੀ ਜ਼ੁਬਾਨ ਤੋਂ ਬੋਲੀ ਗਈ ਬਾਣੀ ਨੂੰ ਕਹਿੰਦੇ ਨੇ ਗੋ। ਮੁਰਦਾ ਤਾਂ ਨਹੀਂ ਬੋਲ ਸਕਦਾ ਕਿਉਂਕਿ ਉਹਦੇ 'ਚ ਚੇਤਨਾ ਨਹੀਂ ਹੈ। ਸਾਡੀ ਬਾਣੀ ਨੂੰ ਜਿਹੜਾ ਚੇਤਨਾ ਦੇ ਕੇ ਪਾਲਣੇ ਵਾਲਾ, ਜਿਸ ਦੇ ਆਸ਼ਰਿਤ ਹੋ ਕੇ ਅਸੀਂ ਬੋਲਦੇ ਹਾਂ, ਉਹਨੂੰ ਕਹਿੰਦੇ ਨੇ ਗੋਪਾਲ। ਐਸੇ ਗੋਪਾਲ ਅਕਾਲ ਪੁਰਖ ਪਰਮੇਸ਼ਰ ਦਾ ਪ੍ਰਤੱਖ ਰੂਪ ਨੇ ਗੁਰੂਦੇਵ, ਗੁਰ ਗੋਪਾਲ। ਪ੍ਰਤੱਖ ਗੁਰੂ ਸਾਹਿਬ ਜੀ ਐਸੇ ਅਕਾਲ ਪੁਰਖ ਦਾ ਹੀ ਪ੍ਰਤੱਖ ਰੂਪ ਨੇ। ਜੋਤ ਰੂਪ ਹਰਿ ਆਪ, ਗੁਰੂ ਨਾਨਕ ਕਹਾਇਓ ਜੋਤੀ ਸਰੂਪ। ਅਕਾਲ ਪੁਰਖ ਪਰਮੇਸ਼ਰ ਨੇ ਆਪਣੇ ਆਪ ਨੂੰ ਗੁਰੂ ਨਾਨਕ ਕਹਾਇਆ। ਸੋ ਐਸੇ ਗੁਰੂ ਗੋਪਾਲ ਤੋਂ ਮੈਂ ਵਾਰੇ ਵਾਰੇ ਜਾਵਾਂ, ਹਉ ਵਾਰ ਵਾਰ ਜਾਉ। ਮੈਂ ਵਾਰੇ ਵਾਰੇ ਜਾਵਾਂ, ਬਲਿਹਾਰ ਜਾਵਾਂ। ਸਤਿਗੁਰਾਂ ਨੂੰ ਨਮਸਕਾਰ ਕਰਕੇ ਸੰਗਤ ਨਮਸਕਾਰ ਕਰ ਵੀ ਰਹੀ ਹੈ। ਨਮਸਕਾਰ ਕਰਕੇ ਆਪ ਜੀ ਗੁਰੂ ਚਰਨਾਂ 'ਚ ਬੈਠੇ ਵੀ ਹੋ। ਨਮਸਕਾਰ ਕਰਕੇ ਜਦੋਂ ਤੁਸੀਂ ਸਤਿਗੁਰਾਂ ਦੀ ਪਰਿਕਰਮਾ ਕੀਤੀ ਹੈ ਨਾ, ਇਹ ਪਰਿਕਰਮਾ ਦਾ ਮਤਲਬ ਇਹੀ ਹੈ ਮੈਂ ਆਪਣੇ ਗੁਰੂ ਤੋਂ ਵਾਰੇ ਵਾਰੇ ਜਾਵਾਂ। ਪਰਿਕਰਮਾ ਦਾ ਮਤਲਬ ਹੀ ਇਹ ਹੈ, ਕਿਉਂਕਿ ਪਰਿਕਰਮਾ ਕੁਝ ਨਾ ਕੁਝ ਤਾਂ ਮਾਇਨੇ ਰੱਖਦੀ ਹੈ ਨਾ, ਇਹਦਾ ਕੋਈ ਸੰਦਰਭ ਹੈ। ਤੋ ਪਰਿਕਰਮਾ ਦਾ ਸੰਦਰਭ ਇਹ ਹੈ ਕਿ ਜਦੋਂ ਸਤਿਗੁਰਾਂ ਦੇ ਚਰਨਾਂ 'ਚ ਨਮਸਕਾਰ ਕਰਕੇ ਮਹਾਰਾਜ ਜੀ ਦੀ ਪਰਿਕਰਮਾ ਕਰਦੇ ਆ ਤੇ ਗੁਰਸਿੱਖ ਅੰਦਰ ਇਹ ਭਾਵਨਾ ਹੁੰਦੀ ਹੈ ਮੈਂ ਆਪਣੇ ਗੁਰੂ ਤੋਂ ਵਾਰੇ ਵਾਰੇ ਜਾਵਾਂ, ਬਲਿਹਾਰ ਜਾਵਾਂ। ਮਹਾਰਾਜ ਜੀ ਤੁਹਾਡੇ ਤੋਂ ਵਾਰੇ ਵਾਰੇ ਜਾਈਏ, ਬਲਿਹਾਰ ਜਾਈਏ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੈ। ਬਲਿਹਾਰੀ ਗੁਰ ਆਪਣਾ ਦਿਹਾੜੀ ਸਦ ਵਾਰ। ਮਹਾਰਾਜ ਜੀ ਤੁਹਾਡੇ ਤੋਂ ਸਦਾ ਲਈ ਬਲਿਹਾਰ ਜਾਈਏ, ਕੁਰਬਾਨ ਜਾਈਏ। ਐਸੇ ਸਤਿਗੁਰੂ ਜਿਨ੍ਹਾਂ ਨੇ ਸਾਨੂੰ ਭੁੱਲਿਆ ਹੋਇਆਂ ਨੂੰ ਮਾਰਗ ਤੇ ਪਾਇਆ ਹੈ। ਐਸੇ ਸਤਿਗੁਰੂ ਜਿਨ੍ਹਾਂ ਸਾਨੂੰ ਗਰੀਬਾਂ ਨਿਮਾਣਿਆਂ ਨੂੰ ਮਾਣ ਪ੍ਰਦਾਨ ਕੀਤਾ ਹੈ। ਸਿਰ ਤੇ ਹੱਥ ਧਰ ਕੇ ਆਖਿਆ ਇਨ ਗਰੀਬ ਸਿੱਖਨ ਕੋ ਦੈਹੋਂ ਪਾਤਸ਼ਾਹੀ। ਯਾਦ ਕਰੈ ਹਮਰੀ ਗੁਰਿਆਈ। ਆਪਣੇ ਐਸੇ ਗੁਰੂ ਬਾਜਾਂ ਵਾਲੇ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵਾਰੇ ਵਾਰੇ ਜਾਈਏ, ਜਿਨ੍ਹਾਂ ਨੇ ਸਾਨੂੰ ਨਿਮਾਣਿਆ, ਗਰੀਬਾਂ ਨੂੰ ਮਾਣ ਦੇ ਕੇ ਨਿਵਾਜਿਆ। ਐਸੇ ਗੁਰੂ ਤੋਂ ਵਾਰੇ ਜਾਈਏ, ਗੁਰੂ ਤੋਂ ਬਲਿਹਾਰ ਜਾਈਏ।
ਜਿਸ ਗੁਰੂ ਨੇ ਸਾਨੂੰ ਧਰਮ ਅਰਥ ਕਾਮ ਮੋਕਸ਼ ਚਾਰੇ ਪਦਾਰਥ ਬਖਸ਼ ਦਿੱਤੇ ਹਨ, ਆਪਣੇ ਐਸੇ ਗੁਰੂ ਤੋਂ ਬਲਿਹਾਰ ਜਾਈਏ, ਐਸੇ ਗੁਰੂ ਤੋਂ ਬਾਰੇ ਜਾਈਏ। ਹਉ ਵਾਰ ਜਾਓ ਗੁਰ ਗੋਪਾਲ। ਸਤਿਗੁਰਾਂ ਦੀਆਂ ਦਿੱਤੀਆਂ ਦਾਤਾਂ ਨੂੰ ਪ੍ਰਾਪਤ ਕਰਕੇ ਗੁਰਸਿੱਖ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਂਦਾ ਹੈ। ਜਦੋਂ ਉਹਨਾਂ ਦਾਤਾਂ ਨੂੰ ਵੇਖਦਾ ਤੇ ਦਾਤੇ ਤੋਂ ਬਾਰੇ ਜਾਂਦਾ, ਦਾਤਿਆ ਤੇਰੇ ਤੋਂ ਬਲਿਹਾਰ ਜਾਵਾਂ, ਤੈਂ ਇਹ ਦਾਤ ਦੇ ਕੇ ਨਿਵਾਜਿਆ ਹੈ, ਸ਼ੁਕਰ ਹੈ ਦਾਤਿਆ ਤੇਰਾ। ਆਪਣੇ ਸਤਿਗੁਰਾਂ ਤੋਂ ਬਾਰੇ ਜਾਈਏ, ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਈਏ। ਮੋਹ ਨਿਰਗੁਣ ਤੁਮ ਪੂਰਨ ਦਾਤੇ, ਦੀਨਾ ਨਾਥ ਦਇਆਲ। ਮਹਾਰਾਜ ਮੈਂ ਨਿਰਗੁਣ ਆ ਰਹਾ ਹਾਂ, ਮੇਰੇ ਚ ਕੋਈ ਵੀ ਗੁਣ ਨਹੀਂ। ਮੋਹ ਨਿਰਗੁਣ, ਮਹਾਰਾਜ ਮੈਂ ਨਿਰਗੁਣ ਆ ਰਹਾ, ਮੇਰੇ ਚ ਕੋਈ ਗੁਣ ਨਹੀਂ, ਸਭ ਔਗਣ ਮੇਰੇ ਵਿੱਚ ਹਨ। ਤੂੰ ਗੁਣਾਂ ਦਾ ਦਾਤਾ ਹੈ ਤੇ ਗੁਣਾਂ ਦਾ ਅਥਾਹ ਸਮੁੰਦਰ ਹੈ, ਮੇਰੇ ਚ ਸਾਰੇ ਹੀ ਔਗਣ ਨੇ, ਮੈਂ ਨਿਰਗੁਣ ਆ ਰਹਾ ਹਾਂ, ਕੋਈ ਵੀ ਗੁਣ ਨਹੀਂ। ਮੋਹਿ ਨਿਰਗੁਣ ਤੁਮ ਪੂਰਨ ਦਾਤੇ। ਮਹਾਰਾਜ ਜੀ ਤੁਸੀਂ ਸੰਪੂਰਨ ਹੋ, ਦਾਤਾਂ ਦੇ ਕੇ ਨਿਵਾਜਣ ਵਾਲੇ ਹੋ। ਦੀਨਾ ਨਾਥ ਦਇਆਲ, ਦੀਨਾਂ ਦੇ ਨਾਥ ਹੋ। ਦੀਨ ਕਹਿੰਦੇ ਆ ਨਿਮਾਣੇ ਨੂੰ, ਦੀਨ ਕਹਿੰਦੇ ਆ ਗਰੀਬ ਨੂੰ। ਮਹਾਰਾਜ ਜੀ ਤੁਸੀਂ ਦੀਨਾਂ ਦੇ ਨਾਥ ਹੋ, ਸੁਆਮੀ ਹੋ, ਮਾਲਕ ਹੋ, ਔਰ ਦਇਆਲ, ਦਇਆ ਦਾ ਆਲਿਆ ਹੋ, ਦਇਆ ਦਾ ਘਰ ਹੋ। ਮਹਾਰਾਜ ਜੀ ਅਸੀਂ ਤੁਹਾਡੀ ਸ਼ਰਨ ਵਿੱਚ ਆ, ਨਿਰਗੁਣ ਆ ਰਹੇ ਹਾਂ। ਉਠਤ ਬੈਠਤ ਸੋਵਤ ਜਾਗਤ, ਜੀ ਪ੍ਰਾਨ ਤਨ ਮਾਲ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਵੇਲੇ ਵਾਹਿਗੁਰੂ ਜੀ ਅਸੀਂ ਤੁਹਾਨੂੰ ਚੇਤਦੇ ਹਾਂ। ਮਹਾਰਾਜ ਜੀ ਤੁਸੀਂ ਸਾਡਾ ਜੀ ਕਹੀਏ, ਪ੍ਰਾਣ ਵੀ ਹੋ, ਸਾਡੀ ਜਿੰਦ ਵੀ ਹੋ। ਮਹਾਰਾਜ ਮੇਰਾ ਸੰਪੂਰਨ ਧਨ ਮਾਲ ਸੰਪਦਾ ਸਭ ਕੁਝ ਤੁਸੀਂ ਹੋ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਮੇਰੇ ਵਾਸਤੇ ਤੁਸੀਂ ਹੀ ਮੇਰਾ ਧਨ ਹੋ, ਮੇਰੇ ਵਾਸਤੇ ਮਾਲ। ਮਾਲ ਦਾ ਮਤਲਬ ਹੁੰਦਾ ਆ ਜਿਹੜੀਆਂ ਜਾਇਦਾਦਾਂ ਹੁੰਦੀਆਂ ਇਹਨਾਂ ਨੂੰ ਮਾਲ ਕਹਿ ਦਿੰਦੇ ਹਨ, ਜ਼ਮੀਨਾਂ ਜਾਇਦਾਦਾਂ। ਮਹਾਰਾਜ ਜੀ ਮੇਰੇ ਵਾਸਤੇ ਮੇਰਾ ਮਾਲ ਧਨ ਵੀ ਤੁਸੀਂ ਹੋ ਮਹਾਰਾਜ, ਤੇ ਮੇਰੇ ਪ੍ਰਾਣ ਵੀ ਤੁਸੀਂ ਹੋ, ਮੇਰਾ ਧਨ ਵੀ ਤੁਸੀਂ ਹੋ, ਮੇਰੀ ਜਿੰਦ ਵੀ ਤੁਸੀਂ ਹੋ। ਮੇਰੇ ਅੰਦਰ ਜਿਹੜੀ ਜੀਵਨ ਸੱਤਾ ਰੌਂ ਚੱਲ ਰਹੀ ਹੈ, ਹੇ ਪ੍ਰਭੂ ਜੀ ਇਹ ਤੁਹਾਡੀ ਹੈ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਅੱਠੇ ਪਹਿਰ ਮੈਂ ਤੁਹਾਨੂੰ ਚੇਤਦਾ ਤੇ ਅਰਾਧਦਾ ਹਾਂ। ਦਰਸ਼ਨ ਪਿਆਸ ਬਹੁਤ ਮਨ ਮੇਰੇ, ਨਾਨਕ ਦਰਸ਼ਨ ਨਿਹਾਲ। ਹੇ ਵਾਹਿਗੁਰੂ ਜੀ ਤੁਹਾਡੇ ਦਰਸ਼ਨਾਂ ਦੀ ਬਹੁਤ ਜ਼ਿਆਦਾ ਭਾਰੀ ਪਿਆਸ ਮੇਰੇ ਮਨ ਵਿੱਚ ਹੈ। ਮੇਰੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਪਿਆਸ ਹੈ, ਨਾਨਕ ਦਰਸ ਨਿਹਾਲ। ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ, ਹੇ ਪ੍ਰਭੂ ਮੈਂ ਤੁਹਾਡੇ ਦਰਸ਼ਨ ਕਰਕੇ ਨਿਹਾਲ ਹੋ ਗਿਆ। ਨਿਹਾਲ ਹੋਣ ਦਾ ਮਤਲਬ ਕੀ ਹੁੰਦਾ? ਵੀ ਜਦੋਂ ਕੋਈ ਕਾਮਨਾ ਨਾ ਰਹੇ ਉਹਨੂੰ ਕਹਿੰਦੇ ਨੇ ਨਿਹਾਲ ਹੋ ਜਾਣਾ। ਜਦੋਂ ਕੋਈ ਇੱਛਾ ਕੋਈ ਖਵਾਹਿਸ਼ ਹਿਰਦੇ ਵਿੱਚ ਨਾ ਰਹੇ ਉਹਨੂੰ ਕਹਿੰਦੇ ਨੇ ਨਿਹਾਲ ਹੋਣਾ। ਗੁਰਸਿੱਖ ਆਪਣੇ ਸਤਿਗੁਰਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਂਦਾ ਹੈ। ਘਰੋਂ ਟੁਰਨ ਵੇਲੇ ਸੋਚਦਾ ਵੀ ਆਹ ਮੰਗਾਂਗੇ ਮਹਾਰਾਜ ਜੀ ਕੋਲੋਂ, ਇਹ ਕਾਮਨਾ ਕਰਾਂਗੇ। ਦਰਸ਼ਨ ਕਰਦਿਆਂ ਗੁਰਸਿੱਖ ਗੁਰੂ ਦੇ ਪ੍ਰੇਮ 'ਚ ਭਿੱਜਾ ਸਭ ਕੁਝ ਭੁੱਲ ਜਾਂਦਾ, ਕੋਈ ਇੱਛਾ ਰਹਿ ਹੀ ਨਹੀਂ ਜਾਂਦੀ। ਮਹਾਰਾਜ ਨਿਹਾਲ ਹੋ ਗਏ, ਦਰਸ਼ਨ ਕਰਕੇ ਨਿਹਾਲ ਹੋ ਗਏ। ਤੇ ਜੇ ਹਾਲੇ ਮੰਗਾਂ ਬਣੀਆਂ ਹੋਈਆਂ ਨੇ ਫਿਰ ਅਸੀਂ ਨਿਹਾਲ ਨਹੀਂ ਹੋਏ। ਨਿਹਾਲ ਉਸ ਦਿਨ ਹੋਵਾਂਗੇ ਜਦੋਂ ਕੋਈ ਮੰਗ ਰਹੇ ਹੀ ਨਾ, ਕੋਈ ਕਾਮਨਾ ਕੋਈ ਖਵਾਹਿਸ਼ ਕੋਈ ਇੱਛਾ ਰਹੇ ਹੀ ਨਾ, ਉਹਨੂੰ ਕਹਿੰਦੇ ਆ ਨਿਹਾਲ ਹੋ ਜਾਣਾ। ਨਾਨਕ ਨਦਰੀ ਨਦਰ ਨਿਹਾਲ, ਨਿਹਾਲ ਹੋ ਜਾਣਾ। ਭਈ ਗਲਤਾਨ ਹਾਲ, ਨਿਹਾਲ ਨਿਹਾਲ ਨਿਹਾਲ। ਮਹਾਰਾਜ ਤੁਹਾਡੇ ਦਰਸ਼ਨ ਕਰਕੇ ਇਹੋ ਜਿਹੀ ਨਿਹਾਲ ਹੋਈ, ਮਨ ਕਰਕੇ ਵੀ ਬਚਨ ਕਰਕੇ ਵੀ ਕਰਮ ਕਰਕੇ ਵੀ ਨਿਹਾਲ ਹੋ ਗਏ ਮਹਾਰਾਜ। ਹੁਣ ਕੋਈ ਕਾਮਨਾ ਕੋਈ ਇੱਛਾ ਕੋਈ ਖਵਾਹਿਸ਼ ਰਹੀ ਨਹੀਂ। ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਦੇ ਮਹਾਰਾਜ,
ਬਾਬਾ ਬੁੱਢਾ ਸਾਹਿਬ ਜੀ ਕੋਈ ਦੱਸੋ ਕਾਮਨਾ। ਮਹਾਰਾਜ ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਸਿਰ ਤੇ ਹੱਥ ਧਰ ਕੇ ਆਖਿਆ ਸੀ, ਬਾਲਕ ਤੁਮਰੀ ਬੈਸ ਦਿਸਾਵਤ, ਬੁੱਢੇ ਸਮਮੁਖ ਵਾਕ ਅਲਾਵਤ, ਕਿ ਬੁੱਢਿਆ ਉਮਰ ਤਾਂ ਤੇਰੀ ਬਾਲਕਾਂ ਵਰਗੀ ਹੈ, ਗੱਲਾਂ ਤਾਂ ਬੁੱਢਿਆਂ ਵਾਲੀਆਂ ਕਰਦਾ, ਤੇਰੀਆਂ ਅੱਖਾਂ ਤੋਂ ਓਲੇ ਨਾ ਹੋਸਾਂ। ਮਹਾਰਾਜ ਉਸ ਦਿਨ ਤੋਂ ਬਾਅਦ ਫਿਰ ਕੋਈ ਕਾਮਨਾ, ਕੋਈ ਇੱਛਾ ਰਹੀ ਨਹੀਂ। ਇਹਨੂੰ ਕਹਿੰਦੇ ਆ ਨਿਹਾਲ ਹੋ ਜਾਣਾ, ਨਿਹਾਲ ਹੋ ਜਾਣਾ। ਤੇ ਜੇ ਭਾਈ ਮੰਝ ਖੂਹ 'ਚ ਡਿੱਗਾ ਤੇ ਸਤਿਗੁਰੂ ਬਾਹਰ ਕੱਢਦੇ ਆ ਪੰਜਵੇਂ ਪਾਤਸ਼ਾਹ, ਆਖਦੇ ਆ ਮੰਗ ਭਾਈ ਮੰਝ ਕੀ ਚਾਹੀਦਾ, ਤੇ ਭਾਈ ਮੰਝ ਇਹੋ ਜਿਹਾ ਨਿਹਾਲ ਹੋਇਆ। ਇਹ ਨਹੀਂ ਕਹਿੰਦਾ ਮਹਾਰਾਜ ਮੈਨੂੰ ਕੋਈ ਇੱਛਾ ਹੈ, ਮੇਰੀ ਕੋਈ ਕਾਮਨਾ ਹੈ, ਸਗੋਂ ਸੰਗਤ ਵਾਸਤੇ ਮੰਗਦਿਆਂ ਕਹਿੰਦੇ ਮਹਾਰਾਜ ਗੁਰਸਿੱਖਾਂ ਤੇ ਏਡੀ ਵੱਡੀ ਕਸਵੱਟੀ ਨਾ ਲਾਇਓ, ਉਹਨਾਂ ਕੋਲੋਂ ਚੱਲੀ ਨਹੀਂ ਜਾਣੀ। ਕਲੀ ਕਾਲ ਦਾ ਸਮਾਂ, ਆਪਣੇ ਵਾਸਤੇ ਨਹੀਂ ਮੰਗਿਆ ਕਿਉਂਕਿ ਆਪ ਨਿਹਾਲ ਹੋ ਗਏ ਨੇ। ਤੇ ਪੰਜਵੇਂ ਪਾਤਸ਼ਾਹ ਵੀ ਕਹਿੰਦੇ ਆ ਭਾਈ ਮੰਝ ਤੂੰ ਸਿੱਖੀ ਦਾ ਜਹਾਜ਼ ਬਣ ਗਿਆ। ਮੰਝ ਗੁਰੂ ਕਾ ਬੋਏ ਥਾ, ਮੰਝ ਜਗ ਲੰਘਣ ਹਾਰਾ, ਜਹਾਜ਼ ਹੋ ਗਿਆ ਤੂੰ ਗੁਰੂ ਦਾ। ਸੋ ਇਹਨੂੰ ਕਹਿੰਦੇ ਆ ਨਿਹਾਲ ਹੋ ਜਾਣਾ।